ਹੈਲੋ ਸਟੂਡੈਂਟਸ, ਵੈਲਕਮ ਬੈਕ ਟੂ ਮਾਈ YouTube ਚੈਨਲ। ਸੋ ਬੱਚੇ, ਜਿੱਦਾਂ ਕਿ ਤੁਹਾਡਾ 13 ਸਤੰਬਰ ਨੂੰ ਸਾਇੰਸ ਦਾ ਫਸਟ ਪੇਪਰ ਹੈ। ਸੋ ਬੱਚੇ, ਕੁਝ ਇੰਪੋਰਟੈਂਟ ਕੁਐਸਚਨਸ ਆ ਜੋ ਤੁਹਾਡੇ ਲਈ ਲੈ ਕੇ ਆ ਰਹੀ ਹਾਂ। ਸੋ ਵਿਦ ਸੋਲਿਊਸ਼ਨ ਤੁਹਾਨੂੰ ਸੈਂਪਲ ਪੇਪਰ ਐਕਸਪਲੇਨ ਕੀਤਾ ਜਾਏਗਾ। ਸੋ ਬੱਚੇ ਧਿਆਨ ਨਾਲ ਕੁਐਸਚਨ ਦੇਖ ਲੈਣਾ। ਇੰਪੋਰਟੈਂਟ ਕੁਐਸਚਨਸ ਦਾ ਸੈਂਪਲ ਪੇਪਰ ਹੈ, ਠੀਕ ਹੈ। ਸੋ ਧਿਆਨ ਨਾਲ ਦੇਖਣਾ। ਫਸਟ ਕੁਐਸਚਨ ਆ, the following chemical equation represents which type of chemical reaction। ਤੁਸੀਂ ਦੇਖ ਰਹੇ ਆ ਬੱਚੇ CaO plus H2O ਪੁੱਛ ਰਿਹਾ ਵੀ ਕਿਸ ਤਰ੍ਹਾਂ ਦਾ ਜਿਹੜਾ ਇਹ ਰਿਐਕਸ਼ਨ ਹੋ ਰਿਹਾ। ਸੋ ਆਪਸ਼ਨਸ ਤੁਹਾਨੂੰ ਗਿਵਨ ਹੈ। ਪਹਿਲਾਂ ਬੱਚੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਆ ਕਿਸ ਤਰ੍ਹਾਂ ਦਾ ਕੰਬੀਨੇਸ਼ਨ ਆ, ਕਿੱਦਾਂ ਦਾ ਕੰਬੀਨੇਸ਼ਨ ਹੈ ਤੁਹਾਡਾ। ਇਟ ਇਜ਼ ਕੰਬੀਨੇਸ਼ਨ ਰਿਐਕਸ਼ਨ, ਠੀਕ ਹੈ। ਸੋ ਇਹਨੂੰ ਅਸੀਂ ਬੋਲਦੇ ਹਾਂ ਕੰਬੀਨੇਸ਼ਨ ਰਿਐਕਸ਼ਨ। ਸੋ ਬੱਚੇ ਹੁਣ ਧਿਆਨ ਨਾਲ ਦੇਖੋ, ਤੁਹਾਨੂੰ ਆਪਸ਼ਨ ਕੋਈ ਵੀ ਗਿਵਨ ਜਾਂ ਕੰਬੀਨੇਸ਼ਨ ਰਿਐਕਸ਼ਨ ਦੀ ਕੋਈ ਵੀ ਆਪਸ਼ਨ ਗਿਵਨ ਨਹੀਂ ਆ। ਸੋ ਇਹਦਾ ਮਤਲਬ ਤੁਹਾਡਾ ਕੀ ਆਨਸਰ ਹੋਏਗਾ। ਕੰਬੀਨੇਸ਼ਨ ਮਤਲਬ ਕੋਈ ਚੀਜ਼ ਨੂੰ ਤੁਸੀਂ ਐਡ ਕਰ ਰਹੇ ਆ। ਸੋ ਆਨਸਰ ਕੀ ਹੋਏਗਾ, ਐਡੀਸ਼ਨ ਰਿਐਕਸ਼ਨ। ਕਲੀਅਰ ਹੋ ਗਿਆ। ਸੋ ਬੱਚੇ MCQs ਦੀਆਂ ਕਦੇ ਵੀ 4 ਆਪਸ਼ਨਸ ਕਦੇ ਵੀ ਪਹਿਲਾਂ ਨਾ ਪੜ੍ਹੋ, ਪਹਿਲਾਂ ਕੁਐਸਚਨ ਨੂੰ ਧਿਆਨ ਨਾਲ ਰੀਡ ਆਊਟ ਕਰ ਲਓ। ਉਹਦੇ 'ਤੇ ਸੁਟੇਬਲ ਦੇਖੋ ਆਨਸਰਸ ਕੀ ਆਉਣਾ ਚਾਹੀਦਾ ਹੈ। ਜੋ ਵੀ ਤੁਹਾਡਾ ਆਨਸਰ ਆ ਰਿਹਾ ਉਹਦਾ ਜਿਹੜੀ ਆ MCQs ਦੀ ਜਿਹੜੀ ਆਪਸ਼ਨਸ ਆ ਉਹ ਮੈਚ ਕਰ ਲਓ, ਕਿਹੜਾ ਤੁਹਾਡਾ ਆਪਸ਼ਨ ਮੈਚ ਕਰਦਾ। ਜਦੋਂ ਤੁਸੀਂ ਡਾਇਰੈਕਟ MCQs ਦੀਆਂ ਆਪਸ਼ਨਸ ਰੀਡ ਆਊਟ ਕਰ ਲੈਂਦੇ ਆ, ਉਹ 'ਚ ਕੀ ਹੁੰਦਾ ਹੈ ਕਿ ਤੁਸੀਂ ਕਨਫਿਊਜ਼ ਹੋ ਜਾਂਦੇ ਆ ਕਿ ਆ ਵੀ ਹੋ ਸਕਦਾ, ਆ ਵੀ ਆਨਸਰ ਹੋ ਸਕਦਾ, ਆ ਵੀ ਆਨਸਰ ਹੋ ਸਕਦਾ। ਸੋ ਜਦੋਂ ਵੀ ਬੱਚੇ MCQs ਨੂੰ ਤੁਸੀਂ ਸੋਲਵ ਕਰਨਾ, ਉਹਦੀ ਟ੍ਰਿਕ ਦੱਸ ਰਹੀ ਹਾਂ। ਜਿੱਦਾਂ ਹੀ ਕੁਐਸਚਨ ਤੁਸੀਂ ਰੀਡ ਆਊਟ ਕਰੋਗੇ, ਕੁਐਸਚਨ ਰੀਡ ਆਊਟ ਕਰਨ ਤੋਂ ਬਾਅਦ ਉਹਦਾ ਆਨਸਰ ਸੋਚੋ ਕਿ ਉਹਦਾ ਆਨਸਰ ਕੀ ਹੋਏਗਾ। ਦੈਨ ਜੋ ਵੀ ਤੁਹਾਡਾ ਮਾਈਂਡ ਕਹਿ ਰਿਹਾ ਵੀ ਆਹ ਆਨਸਰ ਹੋਣਾ ਚਾਹੀਦਾ, ਤਾਂ ਉਹ MCQs ਦੀਆਂ ਜਿਹੜੀਆਂ। ਸੋ ਬੱਚੇ ਸੈਕੰਡ ਕੁਐਸਚਨ ਦੇਖੋ, ਵਿਚ ਆਫ ਦ ਫੋਲੋਇੰਗ ਇਲੈਕਟ੍ਰੋਨਿਕ ਕਨਫੀਗਰੇਸ਼ਨ ਰਿਪਰੈਜ਼ੈਂਟਸ ਮੈਟੈਲਿਕ ਕਰੈਕਟਰ। ਮੈਟੈਲਿਕ ਕਰੈਕਟਰ ਜਿਹੜਾ ਆ ਉਹ ਕਿਹੜਾ ਸ਼ੋ ਕਰ ਰਿਹਾ, ਠੀਕ ਹੈ। ਸੋ ਧਿਆਨ ਨਾਲ ਦੇਖੋ ਬੱਚੇ, ਇਹਦੇ ਵਿੱਚ ਕੀ ਆ ਤੁਹਾਡੀ ਮੈਟੈਲਿਕ ਕਨਫੀਗਰੇਸ਼ਨ। ਇਹਦੇ ਵਿੱਚ ਕੀ ਆ 2 8 7। ਇਹਦਾ ਮਤਲਬ ਇਹਨੂੰ ਇੱਕ ਇਲੈਕਟ੍ਰੋਨ ਚਾਹੀਦਾ ਆ, ਠੀਕ ਹੈ। ਇੱਕ ਇਲੈਕਟ੍ਰੋਨ ਚਾਹੀਦਾ ਆ। ਜਿੱਦਾਂ ਹੀ ਇੱਕ ਇਲੈਕਟ੍ਰੋਨ ਕੰਪਲੀਟ ਹੋਏਗਾ 7 ਦੀ ਬਜਾਏ ਇੱਥੇ ਕੀ ਹੋ ਜਾਣਗੇ 8। ਇਹਦਾ ਮਤਲਬ ਇਹਨੇ ਇੱਕ ਇਲੈਕਟ੍ਰੋਨ ਲੈ ਲਿਆ। ਸੋ ਆਹ ਆਪਸ਼ਨ ਨਹੀਂ ਹੋ ਸਕਦੀ, ਆ ਤਾਂ ਆਲਰੇਡੀ ਕੰਪਲੀਟ ਹੈ ਬੱਚੇ। 4 ਵਾਲਾ ਵੀ ਸ਼ੇਅਰਿੰਗ ਕਰੇਗਾ, ਠੀਕ ਹੈ। 4 ਵਾਲਾ ਵੀ ਸ਼ੇਅਰਿੰਗ ਕਰੇਗਾ, ਸੋ ਇਹ ਵੀ ਮੈਟੈਲਿਕ ਕਰੈਕਟਰ ਨਹੀਂ ਹੋ ਸਕਦਾ। 2 ਵਾਲਾ ਦੇਖੋ ਬੱਚੇ ਨੇ 2 ਜਿਹੜੇ ਇਲੈਕਟ੍ਰੋਨਸ ਆ ਇੱਕ ਤਰ੍ਹਾਂ ਨਾਲ ਇਹ ਤੋਂ ਐਕਸਟਰਾ ਪਈ ਹੈ। ਇਹਨੇ ਕੀ ਕਰਨਾ, ਆਹ ਵਾਲੇ ਜਿਹੜੇ 2 ਇਲੈਕਟ੍ਰੋਨਸ ਆ ਇਹ ਕੀ ਕਰ ਦੇਣੇ ਆਪਣੇ ਕਿਸੇ ਹੋਰ ਐਲੀਮੈਂਟ ਨੂੰ ਦੇ ਦੇਗਾ, ਠੀਕ ਹੈ। ਇਹਦਾ ਮਤਲਬ ਇਹਦੇ ਕੋਲ ਕਨਫੀਗਰੇਸ਼ਨ ਕਿੰਨੀ ਰਹਿ ਗਈ 2 8। ਇਹਦਾ ਮਤਲਬ ਜਿਹੜਾ ਤੁਹਾਡਾ ਮੈਟੈਲਿਕ ਕਰੈਕਟਰ ਆ ਉਹ ਕੌਣ ਸ਼ੋ ਕਰੇਗਾ, D, ਠੀਕ ਹੈ। ਅੱਗੇ ਦੇਖੋ, ਵਿਚ ਗੈਸ ਇਜ਼ ਫਿਲਡ ਇਨ ਦ ਪੈਕੇਟ ਆਫ ਚਿਪਸ। ਬੱਚੇ ਚਿਪਸ ਦੇ ਪੈਕੇਟਸ ਦੇ ਵਿੱਚ ਕਿਹੜੀ ਗੈਸ ਜਿਹੜੀ ਫਿਲ ਕੀਤੀ ਜਾਂਦੀ ਆ। ਤੁਸੀਂ ਦੇਖਿਆ ਹੋਣਾ ਕਿ ਜੁਲਾਈ ਅਗਸਤ ਦਾ ਮਹੀਨਾ ਥੋੜ੍ਹਾ ਜਿਹਾ ਸਿੱਲ ਵਾਲਾ ਮਹੀਨੇ ਹੁੰਦੇ, ਈਵਨ ਸਤੰਬਰ ਵੀ, ਠੀਕ ਹੈ। ਅਗਰ ਅਸੀਂ ਅੱਜ ਕੱਲ੍ਹ ਤੁਸੀਂ ਦੇਖਿਆ ਹੋਣਾ ਕਿ ਸਾਡੇ ਘਰ ਦੇ ਬਿਸਕਿਟ ਹੋ ਗਏ, ਕੋਈ ਵੀ ਨਮਕੀਨ ਹੋ ਗਿਆ, ਲੇਸ ਕੁਰਕੁਰੇ ਕੁਝ ਵੀ ਖੋਲ ਲਓ, ਅਗਰ ਤੁਸੀਂ ਉਸੇ ਟਾਈਮ ਫਿਨਿਸ਼ ਕਰ ਦਿੰਦੇ ਆ ਤਾਂ ਠੀਕ ਆ। ਅਗਰ ਉਹ ਘੰਟਾ 2 ਘੰਟੇ ਵੀ ਹਵਾ ਦੀ ਸੰਪਰਕ ਦੇ ਵਿੱਚ ਰਹਿੰਦਾ ਆ ਤਾਂ ਜਿਹੜੀ ਬਿਸਕਿਟ ਆ, ਕੁਰਕੁਰੇ ਆ, ਲੇਜ਼ ਆ, ਉਹ ਕੀ ਹੋ ਜਾਂਦੇ, ਸਲਾਬੇ ਹੋ ਜਾਂਦੇ ਆ, ਠੀਕ ਹੈ। ਕਿਉਂ ਹੋ ਜਾਂਦੇ, ਕਿਉਂਕਿ ਹਵਾ ਦੇ ਵਿੱਚ ਆਕਸੀਜਨ ਹੈ, ਕਾਰਬਨ ਡਾਈਆਕਸਾਈਡ ਗੈਸ ਆ। ਸੋ ਕਿਹੜੀ ਇੱਦਾਂ ਦੀ ਗੈਸ ਆ ਜਿਹੜੀ ਪੈਕਟਸ ਦੇ ਵਿੱਚ ਭਰੀ ਜਾਂਦੀ ਆ ਤਾਂ ਕਿ ਤੁਹਾਡੀ ਜਿਹੜੀ ਚੀਜ਼ ਆ ਬਿਲਕੁਲ ਫਰੈਸ਼ ਰਵੇ, ਠੀਕ ਹੈ। ਸੋ ਆਨਸਰ ਇਜ਼ ਨਾਈਟ੍ਰੋਜਨ, ਠੀਕ ਹੈ। ਆਕਸੀਜਨ ਐਂਡ ਕਾਰਬਨ ਡਾਈਆਕਸਾਈਡ ਬੱਚੇ ਚੀਜ਼ ਨੂੰ ਖਰਾਬ ਕਰਦੀ ਆ। ਓਜ਼ੋਨ ਜਿਹੜੀ ਆ, ਓਜ਼ੋਨ ਤਾਂ ਬੱਚੇ ਓਜ਼ੋਨ ਲੇਅਰ ਆ ਜਿਹੜੀ ਕਿ ਸਾਡੀ ਐਟਮੋਸਫੇਅਰ ਨੂੰ ਪ੍ਰੋਟੈਕਟ ਕਰਦੀ। ਸੋ ਇੱਥੇ ਤਾਂ ਆਪਣੇ ਹੈ ਹੀ ਨਹੀਂ, ਐਟਮੋਸਫੇਅਰ ਦੇ ਅੰਦਰ ਤਾਂ ਹੈ ਹੀ ਨਹੀਂ, ਠੀਕ ਹੈ। ਸੋ ਆਨਸਰ ਕਿੰਨਾ ਆ ਜਾਏਗਾ, ਨਾਈਟ੍ਰੋਜਨ, ਠੀਕ ਹੈ। ਅੱਗੇ ਆ ਜਾਓ, ਵਿਚ ਮਟੀਰੀਅਲ ਇਜ਼ ਯੂਜ਼ਡ ਬਾਈ ਡਾਕਟਰ ਬਾਈ ਕੀਪਿੰਗ ਦ ਫ੍ਰੈਕਚਰਸ ਬੋਨ ਸਟੇਬਲ। ਹੁਣ ਬੱਚੇ ਤੁਸੀਂ ਦੇਖਿਆ ਹੋਣਾ ਕਈ ਵਾਰੀ ਜਿਹੜੀ ਆ ਲੱਤ ਬਾਂਹ ਟੁੱਟ ਜਾਂਦੀ ਆ ਤਾਂ ਡਾਕਟਰਸ ਫ੍ਰੈਕਚਰ ਉੱਥੇ ਆਪਣੀ ਜਿਹੜੀ ਆ ਪਲਸਤਰ ਲਗਾ ਦਿੰਦੀ ਆ, ਠੀਕ ਹੈ। ਸੋ ਆਪਾਂ ਪੰਜਾਬੀ 'ਚ ਬੋਲਦੇ ਆ ਕਿ ਉਹਨੇ ਪਲਸਤਰ ਲਗਾਇਆ ਹੋਇਆ ਆ। ਅਸਲ 'ਚ ਉਹ ਹੈ ਕੀ ਆ, ਪਲਾਸਟਰ ਆਫ ਪੈਰਿਸ, ਠੀਕ ਹੈ। POP ਹੁੰਦੀ ਆ ਬੱਚੇ, ਪਲਾਸਟਰ ਆਫ ਪੈਰਿਸ ਆ। ਸੋ ਸਿੰਪਲ ਆਪਣਾ ਕੁਐਸਚਨ ਪੜ੍ਹਿਆ ਤਾਂ ਆਨਸਰ ਸੋਚਣਾ ਆ ਕਿ ਜਿਹੜਾ ਪਲਸਤਰ ਲਗਾਇਆ ਜਾਂਦਾ ਆ ਉਹ ਕੀ ਆ। ਪਲਸਤਰ ਨੂੰ ਪੰਜਾਬੀ 'ਚ ਵਿਗਾੜ ਕੇ ਉਹਦਾ ਸ਼ਬਦ ਪਲਸਤਰ ਬਣ ਗਿਆ, ਐਕਚੁਅਲ ਦੇ ਵਿੱਚ ਉਹ ਹੈ ਕੀ ਆ, ਪਲਾਸਟਰ, ਠੀਕ ਹੈ। ਸੋ ਆਨਸਰ ਤੁਹਾਡਾ ਕੀ ਆ ਜਾਏਗਾ, C, ਵਿਚ ਇਜ਼ ਪਲਾਸਟਰ ਆਫ ਪੈਰਿਸ। ਨੈਕਸਟ ਆ, what is the SI unit of electric charge। ਇਲੈਕਟ੍ਰਿਕ ਚਾਰਜ ਦੇ ਜਿਹੜੇ ਯੂਨਿਟਸ ਆ ਉਹ ਕੀ ਆ, ਦੈਟ ਇਜ਼ ਕੂਲਮ, ਠੀਕ ਹੈ। ਤੁਸੀਂ ਪੜ੍ਹਿਆ ਹੋਏਗਾ Q = IT, ਠੀਕ ਹੈ। ਸੋ I ਕਿਹਦੇ ਇਕੁਅਲ, I ਕੀ ਆ ਕਰੰਟ ਵਿਚ ਇਜ਼ ਅੰਪੇਅਰ, ਤੇ T ਕੀ ਆ ਟਾਈਮ ਜਿਹਨੂੰ ਅਸੀਂ ਲਿਖਦੇ ਹਾਂ T ਦੇ ਨਾਲ, ਠੀਕ ਹੈ। ਸੋ Q ਦੇ ਚਾਰਜ ਜਿਹੜਾ ਆ ਅੰਪੇਅਰ, ਟਾਈਮ ਜਿਹੜਾ ਆ
सो किहदे इक्वल आ जाएगा, कूलम दे इक्वल। ठीक है, नैक्सट आ जाओ, वट इज़ द वैलेंसी ऑफ कार्बन। कार्बन की वैलेंसी कितनी होंगी आ बच्चे, तो मोस्ट कॉमन है तो इंपॉर्टेंट आ, मोस्ट इंपॉर्टेंट आ, दैट इज़ 4। ठीक है, कार्बन के आउटर मोस्ट शैल के अंदर 4 ही इलैक्ट्रॉन्स होंगे तो 4 ही वैलेंसीज होंगे ने। ठीक है, अगे आ जाओ, द फोकल लेंथ ऑफ द लेंस ऑफ द ह्यूमन आई कैन बी चेंज्ड बाय। साडी अख के अंदर बच्चे लेंस की अगर फोकल लेंथ तुसी चेंज करना चाहते आ, ठीक है, तो किहड़ी चीज़ आ जिहड़ी साडी अख के अंदर हेल्प करती है, दैट इज सिलेरी मसल्स। ठीक है, अगे आ जाओ, द ऑर्गन शोन इन द डायग्राम इज रिलेटेड टू विच ऑर्गन सिस्टम। सो ये किहड़ा ऑर्गन सिस्टम आ जिहड़ा बच्चे शो हो रहा है। 8th क्वेश्चन का आंसर आ डी। बिकॉज मैं बायो की टीचर नहीं हाँ, इस करके मैंने एक्सप्लेन नहीं कर रही, बट तुहानूं आंसर दस देनी है। ठीक है, सो फिजिक्स की मैं लैक्चरर हाँ बच्चे, फिजिक्स का कल्ला कल्ला क्वेश्चन मैं एक्सप्लेन कर दूँगी, बट बायो मेरे बस की गल नहीं है। सो मैं तुहानूं बायो जिहड़ी आ दस दूँगी, आंसर दस दूँगी, बट उन्होंने एक्सप्लेन नहीं कर सकती। सो 9th क्वेश्चन देखो बच्चे, विच मोड ऑफ असैक्शुअल रिप्रोडक्शन इज शोन इन। सो ये लकीली मैनू भी आंदा, विच इज़ बडिंग। ठीक है, अगे देखो, अ सोल्यूशन बर्नस ब्लू लिटमस इनटू रेड। किहड़ा बच्चे सोल्यूशन आ जिहड़ा ब्लू नूं रेड दे विच कन्वर्ट कर दिंदा, तां उहदी pH ऑफ द सोल्यूशन मस्ट बी। सो pH दी वैल्यू कितनी होएगी बच्चे, ब्लू तो रेड करन दे लई सानूं याद रखना होएगा 0 तो 7 जिहड़ा आ ओह एसिड हुंदा आ। ठीक है, अगर किसी लिटमस नूं ब्लू तो रेड दे विच कन्वर्ट करदा तां उहदी रेंज 0 तो लैके 7 दे विचकार होनी चाहिए आ। सो आंसर चैक कर लो 3। ठीक है जी, सो कदे भी ऑप्शनस पहला नहीं पढ़निया, पहला अपना क्वेश्चन अपना कॉन्सैप्ट याद रखो जो भी थानू टीचर्स ने पढ़ाया हुआ है, सो उहदे अकॉर्डिंगली जिहड़ा अपना आंसर दे जाओ। सो नेक्स्ट क्वेश्चन देखते हैं, विच ऑफ द फॉलोइंग फॉर्म अ फूड चेन। फूड चेन किस तरीके ना बनेगा। सब तो पहला ऑप्शन बच्चे, ये थानू ऑप्शन ही चैक करनी पएगी। ठीक है, पहले नंबर पर की है ग्रास, ग्रास तो बाद वीट। जिहड़ी वीट आ मतलब कि कणक, कणक तो ग्रास नूं खा नहीं सकदी, इहदा मतलब फर्स्ट ऑप्शन बिल्कुल नहीं है। सैकेंड ऑप्शन की है ग्रास, ग्रास नूं किहने खा लिया, गॉड ने। ठीक है, बकरी ने खा लिया, बकरी खा ली ह्यूमन ने। सो थानू पता कि काफ़ी एरियाज इदां दी आ बच्चे जिथे बकरा वड्ढिया जांदा, इहदा मतलब ये ऑप्शन सही हो सकती है। तीसरा देखो, गॉड नूं खा लिया काओ ने, विच इज़ नॉट पॉसीबल। कदे भी गां जिहड़ी आ, गां तो पहली गल मासाहारी नहीं है। ठीक है, सो आ सीधा सीधा गलत हो गया। अगला देख लो, ग्रास, ग्रास नूं खा लिया फिश ने, बट फिश तो ग्रास नहीं खाती, सो आ भी ऑप्शन गलत आ। सो बी इज़ योर आंसर। ठीक है, हाउ द कलर ऑफ सोल्यूशन शोज इन डायग्राम चेंजेस ड्यूरिंग रिएक्शन। रिएक्शन के दौरान बच्चे किहड़ी चीज़ आ जिहड़ी चेंज होएगी, विच इज़ ब्लू टू रेड। सो ऑप्शन इज ब्लू टू रेड। सेकेंड ऑप्शन देख लेना, ब्लू टू रेड। नेक्स्ट इज हाउ टू टर्न अ मेटालिक कैरेक्टर चेंजेस वाइल मूविंग फ्रॉम टॉप टू बॉटम इन अ पीरियोडिक टेबल। पीरियोडिक टेबल दे विच बच्चे असी अगर टॉप टू बॉटम उपरों नीचे वाल जाइए तो किहड़ी की चीज़ आ मेटालिक पीरियोडिक टेबल के अंदर मेटालिक करैक्टर नूं की होएगा। सो अगर मेटालिक करैक्टर देखिए बच्चे उपरों लैके नीचे तक की होंदे आ, वधदे जांदे आ, इनक्रीज होंदे जांदे आ। सो आंसर की आ जाएगा इनक्रीज। नेक्स्ट आ, इन विच पार्ट ऑफ रिप्रोडक्टिव सिस्टम स्पर्म फॉर्मिंग टेक्स प्लेस। ठीक है, सो बच्चे ये बायो ते कैमिस्ट्री वाले टीचर की हैल्प के नाल सॉल्व किया गया ये वाला क्वेश्चन। सो इसका आंसर आएगा 14th का आंसर आएगा बच्चे ए। ठीक है, सो नेक्स्ट देखो 15th क्वेश्चन आ, हाउ मैनी पेयर ऑफ सेक्स क्रोमोसोम्स आर प्रेजेंट इन अ ह्यूमन। ह्यूमन दे विच किन्ने सेक्स क्रोमोसोम्स होंदे आ, विच इज़ 23। बच्चे बायो वाले स्टूडेंट जिहड़े पढ़ रहे हो तुहानूं पता होएगा XX XY। ठीक है, सो YY इदा करके अगर असी बनाने तो टोटल 23 क्रोमोसोम्स होंगे। ठीक है, हु इज़ द फादर ऑफ हु इज़ नोन एज अ फादर ऑफ जेनेटिक्स। जेनेटिक्स के जिहड़े फादर आ ओह बी। नेक्स्ट आ जाओ, इट इज़ नैसेसरी फॉर ऑटोट्रॉपिक न्यूट्रीशन। ऑटोट्रॉपिक न्यूट्रीशन के लिए किहड़ी चीज़ बच्चे इंपॉर्टेंट है। सो आपां कर रहे हैं क्वेश्चन नंबर 17। सो 17 का आंसर आएगा डी। ठीक है, ऑल ऑफ दिस। सो ऑटोट्रॉपी लिए बच्चे कार्बन डाइऑक्साइड, वाटर, फ्लोरो देन सनलाइट सारा कुछ ही चाहिए है। सो इसका आंसर आएगा डी। नेक्स्ट आ 18th क्वेश्चन, विच ऑफ द फॉलोइंग फिनोमिना ऑफ लाइट इज शोन इन। बच्चे तुसी स्लैब वाला एक्सपेरीमेंट किया होएगा या फिर अपनी कैमिस्ट्री की फिजिक्स की बुक के अंदर पढ़िया होएगा
ਕਿ ਇੱਕ ਸਰਫੇਸ ਤੋਂ ਦੂਸਰੀ ਸਰਫੇਸ ਦੇ ਵਿੱਚ ਰੇ ਆਫ ਲਾਈਟ ਚਲੇਗੀ। ਸੋ ਜਦੋਂ ਇੱਕ ਸਰਫੇਸ ਨੂੰ ਪਾਰ ਕਰਕੇ ਦੂਸਰੀ ਸਰਫੇਸ ਦੇ ਵਿੱਚ ਜਾਂਦੀ ਆ ਉਹਨੂੰ ਅਸੀਂ ਕੀ ਕਹਿੰਦੇ ਆ, ਰਿਫਰੈਕਸ਼ਨ। ਠੀਕ ਹੈ, ਸੋ ਇਹਨਾਂ ਨੇ ਫਿਨੋਮੀਨਾ ਹੀ ਪੁੱਛਿਆ ਕਿ ਕਿਹੜਾ ਫਿਨੋਮੀਨਾ, ਸੋ ਰਿਫਰੈਕਸ਼ਨ ਆਫ ਲਾਈਟ। ठीक, 19th क्वेश्चन देखो, which color is deviated the most during dispersion of light? dispersion of light ਵਿੱਚ ਸਭ ਤੋਂ ਜ਼ਿਆਦਾ ਕਿਹੜਾ ਕਲਰ ਡਿਵੀਏਟ ਹੁੰਦਾ ਆ? ਬੱਚੇ ਤੁਸੀਂ dispersion of light ਤੁਸੀਂ ਪ੍ਰਿਜ਼ਮ ਵਾਲਾ ਆਰਟੀਕਲ ਕੀਤਾ ਹੋਏਗਾ, ਕਿੱਥੋਂ ਆ ਕੇ ਜਿਹੜੀ ਆ 7 ਕਲਰਸ ਦੇ ਵਿੱਚ ਜਿਹੜਾ ਆ ਪ੍ਰਿਜ਼ਮ ਦੀ ਜਿਹੜੀ ਵਾਈਟ ਲਾਈਟ ਆ ਉਹ 7 ਕਲਰਸ ਦੇ ਵਿੱਚ ਟੁੱਟ ਜਾਂਦੀ ਆ। ਠੀਕ ਆ, ਉਹਨਾਂ ਨੇ ਪੁੱਛਿਆ ਕਿਹੜਾ ਕਲਰ ਹੈ ਜਿਹੜਾ ਕਿ ਸਭ ਤੋਂ ਘੱਟ ਮੋਸਟ ਡਿਊ ਸਭ ਤੋਂ ਜ਼ਿਆਦਾ ਹੁੰਦਾ ਆ। ਸੋ ਸਭ ਤੋਂ ਘੱਟ ਹੁੰਦਾ ਬੱਚੇ ਰੈੱਡ ਤੇ ਸਭ ਤੋਂ ਜ਼ਿਆਦਾ ਹੁੰਦਾ ਆ ਵਾਇਲਟ। ਸੋ ਇਹਦਾ ਆਨਸਰ ਆਏਗਾ ਵਾਇਲਟ। ਠੀਕ ਹੈ, ਵੈਨ ਹਾਈਡਰੋਕਲੋਰਾਈਡ ਐਸਿਡ ਇਜ਼ ਪੋਰਡ ਔਨ ਅ ਜ਼ਿੰਕ, ਬੱਚੇ ਜਦੋਂ ਇਹ ਪਾਇਆ ਜਾਂਦਾ ਆ ਤਾਂ ਤੁਸੀਂ ਇਹ ਪ੍ਰੋਪਰ ਪੜ੍ਹ ਲੈਣਾ, ਕੈਮਿਸਟਰੀ ਦਾ ਕੁਐਸਚਨ ਹੈ। ਠੀਕ ਹੈ, 20 ਦਾ ਆਨਸਰ ਹੈ ਬੱਚੇ ਬੀ ਪਾਰਟ ਵਿਚ ਇਜ਼ ਹਾਈਡਰੋਜਨ। ਠੀਕ ਹੈ, ਅੱਗੇ ਆ ਜਾਓ, ਵਿਚ ਆਫ ਦ ਫੋਲੋਇੰਗ ਕੈਨ ਨਾਟ ਯੂਜ਼ ਟੂ ਮੇਕ ਅ ਲੈਂਸ, ਕਿਹੜੀ ਚੀਜ਼ ਆ ਜਿਹੜੀ ਲੈਂਸ ਬਣਾਉਣ ਦੇ ਕੰਮ ਨਹੀਂ ਆਉਂਦੀ? ਠੀਕ ਆ ਬੱਚੇ, ਲੈਂਸ ਤੁਹਾਨੂੰ ਪਤਾ ਹੋਏਗਾ ਲੈਂਸ ਦੋ ਤਰ੍ਹਾਂ ਦੇ ਹੁੰਦੇ ਆ, ਕਨਵੈਕਸ ਲੈਂਸ ਤੇ ਕਨਕੇਵ ਲੈਂਸ। ਠੀਕ ਹੈ, ਸਾਨੂੰ ਇਹ ਵੀ ਪਤਾ ਕਿ ਇਹ ਟਰਾਂਸਪੇਰੈਂਟ ਹੁੰਦੇ ਆ। ਟਰਾਂਸਪੇਰੈਂਟ ਹੁੰਦੇ ਆ ਮਤਲਬ ਪਾਣੀ ਆ, ਪਾਣੀ ਤੋਂ ਵੀ ਲੈਂਸ ਬਣਾ ਸਕਦੇ ਆ। ਤੁਸੀਂ ਆਪਣੇ ਘਰੇ ਵੀ ਬਣਾ ਸਕਦੇ ਆ ਕਿ ਕੱਚ ਦਾ ਗਲਾਸ ਲਓ, ਉਹਦੇ ਵਿੱਚ ਪਾਣੀ ਪਾਓ, ਤਾਂ ਪਾਣੀ ਦੇ ਗਲਾਸ ਦੇ ਵਿੱਚੋਂ ਜਦੋਂ ਤੁਸੀਂ ਦੂਸਰੇ ਪਾਸੇ ਚੀਜ਼ ਦੇਖੋਗੇ ਤੁਹਾਨੂੰ ਕੀ ਆ, ਚੀਜ਼ਾਂ ਵੱਡੀਆਂ ਦਿਖਾਈ ਦਿੰਦੀਆਂ ਆ। ਠੀਕ ਆ, ਇਹਦਾ ਮਤਲਬ ਗਲਾਸ ਹੋ ਗਿਆ, ਪਾਣੀ ਹੋ ਗਿਆ, ਇਹ ਵਾਲੀ ਚੀਜ਼ ਜਿਹੜਾ ਆ ਲੈਂਸ ਬਣਾਉਣ ਦੇ ਕੰਮ ਆ ਸਕਦੀ ਆ। ਸੋ ਪਾਣੀ ਵੀ ਕੰਮ ਆ ਸਕਦਾ, ਗਲਾਸ ਵੀ ਕੰਮ ਆ ਸਕਦਾ। ਹੁਣ ਪਲਾਸਟਿਕ ਆ ਬੱਚੇ, ਪਲਾਸਟਿਕ ਅਗਰ ਹਾਰਡ ਪਲਾਸਟਿਕ ਆ, ਮੋਟੀ ਪਲਾਸਟਿਕ ਆ ਤਾਂ ਉਹ ਕੰਮ ਨਹੀਂ ਆਏਗੀ। ਬਟ ਕੁਛ ਇੱਕ ਪਲਾਸਟਿਕ ਇੱਦਾਂ ਦੀ ਹੁੰਦੀ ਹੈ ਜਿਹੜੀ ਟਰਾਂਸਪੇਰੈਂਟ ਪਲਾਸਟਿਕ ਸ਼ੀਟਸ ਹੁੰਦੀਆਂ ਆ। ਠੀਕ ਆ, ਫੋਰ ਐਗਜ਼ਾਮਪਲ ਜਿਹੜੀ ਤੁਸੀਂ ਆਪਣੀ ਕਾਪੀ ਦੇ ਉੱਪਰ ਕਵਰ ਚੜਾਉਂਦੇ ਆ ਉਹ ਵੀ ਪਲਾਸਟਿਕ ਸ਼ੀਟਸ ਹੀ ਆ। ਜੇ ਤੁਸੀਂ ਟਰਾਂਸਪੇਰੈਂਟ ਲੈ ਲੈਂਦੇ ਆ ਉਹਨੂੰ ਅਗਰ ਅਸੀਂ ਐਜ਼ ਅ ਲੈਂਸ ਦੀ ਤਰ੍ਹਾਂ ਯੂਜ਼ ਕਰਨਾ ਚਾਹੁੰਦੇ ਹਾਂ ਤਾਂ ਉਹ ਵੀ ਅਸੀਂ ਯੂਜ਼ ਕਰ ਸਕਦੇ ਹਾਂ। ਇਹਦਾ ਮਤਲਬ ਪਲਾਸਟਿਕ ਨੂੰ ਵੀ ਯੂਜ਼ ਕਰ ਸਕਦੇ ਹਾਂ। ਸੋ ਰਹਿ ਗਿਆ ਸੋਇਲ, ਮਿੱਟੀ। ਅਗਰ ਮਿੱਟੀ ਨੂੰ ਤੁਸੀਂ ਲੈਂਸ ਦੀ ਤਰ੍ਹਾਂ ਯੂਜ਼ ਕਰਨਾ ਚਾਹੁੰਦੇ ਹੋ ਤਾਂ ਮਿੱਟੀ ਨੂੰ ਤੁਸੀਂ ਯੂਜ਼ ਨਹੀਂ ਕਰ ਸਕਦੇ। ਸੋ ਵਿਚ ਕੈਨ ਨਾਟ ਬੀ ਯੂਜ਼ਡ ਟੂ ਮੇਕ ਅ ਲੈਂਸ, ਆਨਸਰ ਇਜ਼ ਸੋਇਲ। ਠੀਕ ਹੈ ਜੀ, ਅੱਗੇ ਆ ਜਾਓ, ਨੇਮ ਦ ਨॉन ਮੈਟਲ ਵਿਚ ਇਜ਼ ਲਿਕੁਇਡ ਐਟ ਰੂਮ ਟੈਂਪਰੇਚਰ। ਰੂਮ ਟੈਂਪਰੇਚਰ ਦੇ ਉੱਪਰ ਕਿਹੜੀ ਚੀਜ਼ ਆ ਜਿਹੜੀ ਕਿ ਤੁਹਾਨੂੰ ਲਿਕੁਇਡ ਫਾਰਮ ਦੇ ਅੰਦਰ ਮਿਲੇਗੀ, ਵਿਚ ਇਜ਼ ਬ੍ਰੋਮੀਨ। ਠੀਕ ਹੈ ਬੱਚੇ, ਜਿਹੜੇ ਇੱਦਾਂ ਦੇ ਕੁਐਸਚਨਸ ਆ ਇਹਦੀ ਤੁਹਾਨੂੰ ਆਪਸ਼ਨਸ ਰੀਡ ਆਊਟ ਹੀ ਕਰਨੀਆਂ ਪੈਣਗੀਆਂ। ਅੱਗੇ ਆ ਜਾਓ, ਪ੍ਰੋਪੇਨ whose chemical formula is C3H8 has covalent bond, ਇਹਦੇ ਵਿੱਚ ਕਿੰਨੇ ਕੋਵਲੈਂਟ ਬੌਂਡ ਹੁੰਦੇ ਆ? 10। ਠੀਕ ਹੈ ਜੀ, ਅੱਗੇ ਆ ਜਾਓ, the toothpaste used for cleaning teeth has, ਜਿਹੜਾ ਅਸੀਂ ਟੂਥਪੇਸਟ ਬੱਚੇ ਰੋਜ਼ ਯੂਜ਼ ਕਰਦੇ ਆ ਉਹ ਕਿੱਦਾਂ ਦੇ ਨੇਚਰ ਦਾ ਹੁੰਦਾ ਆ, ਵਿਚ ਇਜ਼ ਬੇਸਿਕ ਨੇਚਰ। ਠੀਕ ਹੈ, ਬੇਸਿਕ ਨੇਚਰ ਹੁੰਦਾ। ਅਗਰ ਐਸਿਡਿਕ ਹੋਏਗਾ ਤਾਂ ਬੱਚੇ ਤੁਹਾਡੇ ਛਾਲੇ ਹੋ ਜਾਣਗੇ ਮੂੰਹ ਦੇ ਵਿੱਚ। ਨਿਊਟਰਲ ਵੀ ਨਹੀਂ ਹੁੰਦਾ, ਬੇਸਿਕ ਹੁੰਦਾ ਆ ਤਾਂ ਕਿ ਤੁਹਾਡੇ ਦੰਦਾਂ ਨੂੰ ਚੰਗੀ ਤਰ੍ਹਾਂ ਉਹ ਸਾਫ਼ ਵੀ ਕਰ ਦੇਵੇ ਤੇ ਮੂੰਹ ਵੀ ਠੰਡਾ ਰਵੇ। ਠੀਕ ਹੈ, ਅੱਗੇ ਦੇਖੋ, ਹਾਊ ਅ ਮੀਟਰ ਇਜ਼ ਕਨੈਕਟਡ ਇਨ ਐਨ ਇਲੈਕਟ੍ਰਿਕ ਸਰਕਿਟ। ਇਲੈਕਟ੍ਰਿਕ ਸਰਕਿਟ ਦੇ ਅੰਦਰ ਅਮੀਟਰ ਨੂੰ, ਠੀਕ ਹੈ, ਆ ਰਿਹਾ ਤੁਹਾਡਾ ਸਰਕਿਟ, ਮੰਨ ਲਓ ਕਿਸੇ ਤਰ੍ਹਾਂ ਦਾ ਵੀ ਸਰਕਿਟ ਆ, ਅਮੀਟਰ ਨੂੰ ਕਿੱਦਾਂ ਜੋੜਿਆ ਜਾਂਦਾ ਸਰਕਿਟ ਦੇ ਅੰਦਰ? ਆਲਵੇਜ਼ ਸੀਰੀਜ਼ ਦੇ ਵਿੱਚ। ਠੀਕ ਹੈ, ਸੋ ਆਲਵੇਜ਼ ਕਿੱਦਾਂ ਜੋੜਿਆ ਜਾਂਦਾ ਆ? ਸੀਰੀਜ਼ ਦੇ ਵਿੱਚ। ਸੋ ਆਨਸਰ ਆ ਜਾਊਗਾ ਸੀਰੀਜ਼। ਬੱਚੇ ਮੋਸਟ ਇੰਪੋਰਟੈਂਟ ਕੁਐਸਚਨ ਆ, ਹਮੇਸ਼ਾ ਪੁੱਛ ਲਿਆ ਜਾਂਦਾ ਵੋਲਟਮੀਟਰ ਨੂੰ ਕਾਹਦੇ 'ਚ ਜੋੜਿਆ ਜਾਂਦਾ ਤੇ ਅਮੀਟਰ ਨੂੰ। ਅਮੀਟਰ ਨੂੰ ਯਾਦ ਰੱਖਣਾ ਹਮੇਸ਼ਾ ਹੀ ਸੀਰੀਜ਼ ਦੇ ਵਿੱਚ ਜੋੜਿਆ ਜਾਂਦਾ। ਠੀਕ ਆ, ਏ ਨੂੰ ਹਮੇਸ਼ਾ ਐਸ ਦਾ ਜੋੜਿਆ ਜਾਂਦਾ, ਅਮੀਟਰ ਨੂੰ ਸੀਰੀਜ਼ ਦੇ ਵਿੱਚ ਜੋੜਿਆ ਜਾਂਦਾ ਤੇ ਵੋਲਟਮੀਟਰ ਨੂੰ ਪੈਰਲਲ ਜੋੜਿਆ ਜਾਂਦਾ। ਠੀਕ ਹੈ, ਵੀਪੀ। ਸੋ ਛੋਟੀ ਜਿਹੀ ਟ੍ਰਿਕ ਆ, ਯਾਦ ਕਰ ਲੈਣਾ, ਏਐਸ ਮਤਲਬ ਅਮੀਟਰ ਨੂੰ ਸੀਰੀਜ਼ ਦੇ ਵਿੱਚ ਜੋੜਿਆ ਜਾਂਦਾ ਤੇ ਵੋਲਟਮੀਟਰ ਨੂੰ ਪੈਰਲਲ ਦੇ ਵਿੱਚ ਜੋੜਿਆ ਜਾਂਦਾ। ਅੱਗੇ ਆ, ਵਿਚ ਇਲੈਕਟ੍ਰਿਕ ਇੰਸਟਰੂਮੈਂਟ ਇਜ਼ ਸ਼ੋਨ ਇਨ ਡਾਇਗ੍ਰਾਮ। ਡਾਇਗ੍ਰਾਮ ਦੇ ਵਿੱਚ ਦੇਖੋ ਬੱਚੇ ਕਿਹੜੀ ਡਾਇਗ੍ਰਾਮ ਆ? ਸੋ ਡਾਇਗ੍ਰਾਮ ਦੇਖ ਕੇ ਹੀ ਪਤਾ ਲੱਗੇਗਾ। ਸੋ ਇਹ ਕੀ ਆ? ਸੋਲੇਨਾਈਡ। ਸੋ ਆਨਸਰ ਆ ਜਾਏਗਾ ਸੋਲੇਨਾਈਡ। ਠੀਕ ਹੈ ਜੀ, ਅੱਗੇ ਆ ਜਾਓ, ਵਿਚ ਮਿਰਰ ਆਲਵੇਜ਼ ਫਾਰਮ ਸਮੋਲ ਐਂਡ ਇਰੈਕਟ ਇਮੇਜ। ਕਿਹੜਾ ਮਿਰਰ ਆ ਬੱਚੇ? ਸਕੂਟਰੀ ਦੇ ਵਿੱਚ ਮਿਰਰ ਯਾਦ ਕਰੋ, ਉਹ ਛੋਟੀ ਇਮੇਜ ਦਿਖਾਉਂਦਾ ਆ ਤੇ ਲਾਰਜ ਸਾਰਾ ਹੀ ਪਾਰਟ, ਪਿਛਲਾ ਸਾਰਾ ਹੀ ਹਿੱਸਾ ਦਿਖਾਉਂਦਾ ਆ। ਠੀਕ ਹੈ, ਇਰੈਕਟ ਮਤਲਬ ਸਿੱਧੀ ਇਮੇਜ ਆ, ਸਿੱਧੀ ਆ ਤੇ ਸਮੋਲ ਆ। ਸਮੋਲ ਤੇ ਸਿੱਧੀ ਇਮੇਜ ਕਿਹੜਾ ਬਣਾਉਂਦਾ ਆ? ਕਨਵੈਕਸ ਮਿਰਰ। ਸੋ ਆਨਸਰ ਆ ਜਾਊਗਾ ਕਨਵੈਕਸ। ਯਾਦ ਰੱਖਣਾ, ਤੁਹਾਡੀ ਸਕੂਟਰੀ ਹੋ ਗਈ, ਮੋਟਰਸਾਈਕਲ ਹੋ ਗਏ, ਤੁਹਾਡੇ ਕਾਰ ਦੇ ਜਿਹੜੇ ਸ਼ੀਸ਼ੇ ਹੋ ਗਏ, ਇਹਨਾਂ ਦੇ ਵਿੱਚ ਕਨਵੈਕਸ ਮਿਰਰ ਜਿਹੜਾ ਯੂਜ਼ ਕੀਤਾ ਜਾਂਦਾ। ਅੱਜ ਕੱਲ੍ਹ ਤਾਂ ਬੱਚੇ ਪਿੰਡਾਂ ਦੇ ਵਿੱਚ ਥਾਂ ਤੇ ਵੱਡੇ ਗੋਲ ਜਿਹੇ ਸ਼ੀਸ਼ੇ ਵੀ ਲਗਾਏ ਹੋਏ ਆ, ਮਿਰਰ ਲਗਾਏ ਹੋਏ ਆ, ਜਿਹਦੇ ਵਿੱਚ ਤੁਸੀਂ ਮੋੜ ਕੱਟਦੇ ਆ ਤਾਂ ਤੁਹਾਨੂੰ ਸਾਰੇ ਮੋੜ ਤੋਂ ਜਿਹੜਾ ਆ ਏਰੀਆ ਦਿਖਾਈ ਦਿੰਦਾ। ਠੀਕ ਹੈ, ਉਹ ਵਾਲੇ ਜਿਹੜੇ ਮਿਰਰ ਆ ਉਹ ਕਿਹੜੇ ਮਿਰਰ ਆ? ਕਨਵੈਕਸ ਮਿਰਰ। ਠੀਕ ਹੈ, ਅੱਗੇ ਆ ਜਾਓ ਹੁਣ, which of the following method can be used to produce
ਮੈਗਨੇਟਿਜ਼ਮ ਮਤਲਬ ਮੈਗਨੈਟਿਕ ਫੀਲਡ ਜਿਹੜਾ ਆ ਕਿਹੜੀ ਚੀਜ਼ ਆ ਉਹ ਪ੍ਰੋਡਿਊਸ ਕਰਨ ਦੇ ਹੈਲਪ ਕਰਦਾ। ਸੋ ਤੁਸੀਂ ਦੇਖਿਆ ਹੋਣਾ ਮੈਗਨੇਟ ਹੈ, ਇੱਕ ਨਾਰਥ ਇੱਕ ਸਾਊਥ ਪੋਲ ਹੈ, ਇਹਦੇ ਆਸ-ਪਾਸ ਜਿਹੜੀ ਆ ਮੈਗਨੇਟਿਜ਼ਮ ਪ੍ਰੋਡਿਊਸ ਹੋ ਜਾਂਦੀ। ਸੋ ਪਰਮਾਨੈਂਟ ਬਾਰ ਮੈਗਨੇਟ, ਠੀਕ ਹੈ ਜੀ, ਸੌਖਾ ਸੀ ਇਹ ਤਾਂ ਬਹੁਤ ਜ਼ਿਆਦਾ। ਵਿਚ ਆਫ ਦ ਫੋਲੋਇੰਗ ਇਜ਼ ਨਾਟ ਅ ਬਾਇਓਡੀਗ੍ਰੇਡੇਬਲ ਸਬਸਟੈਂਸ, ਕਿਹੜੀ ਇੱਦਾਂ ਦੀ ਚੀਜ਼ ਆ ਜਿਹੜੀ ਕਿ ਗਲ ਸੜ ਨਹੀਂ ਸਕਦੀ। ਲੈਦਰ ਆ ਉਹ ਵੀ ਗਲ ਸੜ ਸਕਦੀ ਆ, ਵੁੱਡ ਆ, ਲੱਕੜ ਵੀ ਗਲ ਸੜ ਸਕਦੀ ਆ, ਕੇਕ ਵੀ ਸੜ ਸਕਦਾ, ਪਲਾਸਟਿਕ ਆ ਬੱਚੇ, ਪਲਾਸਟਿਕ ਨਹੀਂ ਗਲ ਸੜ ਸਕਦੀ, ਠੀਕ ਹੈ। ਤੁਸੀਂ ਸੁਣਿਆ ਹੋਣਾ ਕਿ ਪਲਾਸਟਿਕ ਦੇ ਜਿਹੜੇ ਪੋਲੀਥੀਨ ਆ ਉਹ ਨਾ ਯੂਜ਼ ਕਰੋ, ਕਿਉਂਕਿ ਇਹ ਸਾਡੇ ਇਨਵਾਇਰਮੈਂਟ ਵਿੱਚ ਪੋਲਿਊਸ਼ਨ ਕ੍ਰੀਏਟ ਕਰ ਰਹੇ ਆ, ਠੀਕ ਹੈ, ਕਿਉਂਕਿ ਇਹ ਗਲਦੇ ਸੜਦੇ ਨਹੀਂ ਆ ਕਰੋੜਾਂ ਸਾਲ ਤੱਕ। ਸੋ ਇਹ ਵੀ ਬਹੁਤ ਜ਼ਿਆਦਾ ਈਜ਼ੀ ਕੁਐਸਚਨ ਆ, ਸਿੰਪਲ ਕਾਮਨ ਸੈਂਸ ਵਾਲਾ ਕੁਐਸਚਨ ਸੀ ਬੱਚੇ। ਸੋ ਆਨਸਰ ਆ ਜਾਏਗਾ ਪਲਾਸਟਿਕ। ਅੱਗੇ ਆ ਜਾਓ ਬੱਚੇ, ਇਸ ਸੈਂਪਲ ਪੇਪਰ ਦਾ ਲਾਸਟ ਕੁਐਸਚਨ ਦੇਖੋ। ਅ ਪੋਜ਼ਿਟਿਵਲੀ ਚਾਰਜ ਪਾਰਟੀਕਲ ਪ੍ਰੋਜੈਕਟਡ ਟੂਵਰਡਸ ਵੈਸਟ ਇਜ਼ ਡਾਇਰੈਕਟਡ ਟੂਵਰਡਸ ਨਾਰਥ ਬਾਈ ਦ ਮੈਗਨੈਟਿਕ ਫੀਲਡ। ਦ ਡਾਇਰੈਕਸ਼ਨ ਆਫ ਮੈਗਨੈਟਿਕ ਫੀਲਡ ਇਜ਼, ਬੱਚੇ ਲੈਫਟ ਹੈਂਡ ਰੂਲ ਤੁਸੀਂ ਦੇਖਿਆ ਹੋਏਗਾ, ਠੀਕ ਹੈ, ਕਿ ਆ ਅੰਗੂਠਾ ਆ, ਫਿੰਗਰ ਹੈ ਤੇ ਆ ਮਿਡਲ ਫਿੰਗਰ ਹੈ, ਠੀਕ ਹੈ, ਇੱਦਾਂ ਕਰਕੇ ਤੁਹਾਡੀ ਫਿੰਗਰ ਹੈ। ਉਹਨਾਂ ਨੇ ਕਿਹਾ ਡਾਇਰੈਕਸ਼ਨ ਆਫ ਮੈਗਨੈਟਿਕ ਫੀਲਡ, ਠੀਕ ਹੈ, ਆ ਕੀ ਆ ਫਾਦਰ, ਮਦਰ ਤੇ ਚਾਈਲਡ। ਮੈਗਨੈਟਿਕ ਫੀਲਡ ਮਤਲਬ ਫਾਦਰ ਮਤਲਬ ਫੋਰਸ ਦੀ ਗੱਲ ਕੀਤੀ ਗਈ ਆ, ਐਮ ਮਤਲਬ ਮੈਗਨੈਟਿਕ ਫੀਲਡ ਦੀ ਗੱਲ ਕੀਤੀ ਗਈ ਆ, ਸੀ ਮਤਲਬ ਕਰੰਟ ਦੀ ਗੱਲ ਕੀਤੀ ਗਈ ਆ, ਠੀਕ ਹੈ। ਤਾਂ ਕਿੱਧਰ ਨੂੰ ਹੋਏਗੀ ਤੁਹਾਡੀ ਅਪਵਰਡ ਡਾਇਰੈਕਸ਼ਨ ਦੇ ਵਿੱਚ। ਸੋ ਡੀ ਆ ਜਾਏਗਾ ਬੱਚੇ ਤੁਹਾਡਾ ਅਪਵਰਡ ਡਾਇਰੈਕਸ਼ਨ, ਠੀਕ ਹੈ ਜੀ। ਅਗਰ ਬੱਚੇ ਵੀਡੀਓ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਕਰ ਦੇਣਾ। ਆਪਣੇ ਫਰੈਂਡ ਸਰਕਲ ਨੂੰ 10th ਦੇ ਜਿੰਨੇ ਵੀ ਤੁਸੀਂ ਪੜ੍ਹ ਰਹੇ ਆ ਉਹਨਾਂ ਦੇ ਵਿੱਚ ਇਹ ਸੈਂਪਲ ਪੇਪਰ ਸ਼ੇਅਰ ਕਰ ਦੇਣਾ, ਤਾਂ ਕਿ ਪੇਪਰ ਤੋਂ ਆਉਣ ਤੋਂ ਪਹਿਲਾਂ ਜਿਹੜਾ ਤੁਸੀਂ ਇੱਕ ਵਾਰੀ ਸੈਂਪਲ ਪੇਪਰ ਦੀ ਤਿਆਰੀ ਜ਼ਰੂਰ ਕਰ ਲਓ। ਇਹਦੇ ਵਿੱਚ ਮੋਸਟ ਇੰਪੋਰਟੈਂਟ ਕੁਐਸਚਨ ਸੀ ਬੱਚੇ। ਫਿਲਹਾਲ ਇਸ ਸੈਂਪਲ ਪੇਪਰ ਦੇ ਅੰਦਰ ਸਿਰਫ 30 ਕੁਐਸਚਨ ਸੀ, ਬਟ ਤੁਹਾਡਾ ਜਿਹੜਾ ਸਤੰਬਰ ਪੇਪਰ ਹੈ ਉਹ ਕਿੰਨੇ ਮਾਰਕਸ ਦਾ ਆਏਗਾ? 40 ਮਾਰਕਸ ਦਾ, ਠੀਕ ਹੈ, ਕਿਉਂਕਿ 80 ਮਾਰਕਸ ਦਾ ਤੁਹਾਡਾ ਟੋਟਲ ਪੇਪਰ ਹੈ ਤੇ ਅੱਧਾ ਮਤਲਬ ਕਿ 40 ਮਾਰਕਸ ਦਾ ਤੁਹਾਡਾ ਪੇਪਰ ਆਏਗਾ, ਜਿਹਦੇ ਵਿੱਚ 40 ਕੁਐਸਚਨਸ ਹੋ ਸਕਦੇ ਆ। ਸੋ ਇਸ ਸੈਂਪਲ ਪੇਪਰ ਦੇ ਅੰਦਰ ਬੱਚੇ ਸਿਰਫ ਮੋਸਟ ਇੰਪੋਰਟੈਂਟ ਕੁਐਸਚਨ ਹੀ ਮੈਂ ਡਿਸਕਸ ਕੀਤੇ ਆ। ਸੋ ਕਿਸੇ ਵੀ ਕੁਐਸਚਨ ਦੇ ਵਿੱਚ ਕੋਈ ਪ੍ਰੋਬਲਮ ਹੋਵੇ ਜਾਂ ਕਿਸੇ ਹੋਰ ਕੁਐਸਚਨ ਦੇ ਵਿੱਚ ਵੀ ਪ੍ਰੋਬਲਮ ਹੋਵੇ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਆ, ਤਾਂ ਡੈਫੀਨੇਟਲੀ ਤੁਹਾਨੂੰ ਉਹ ਕੁਐਸਚਨ ਜਿਹੜਾ ਹੈ ਜ਼ਰੂਰ ਐਕਸਪਲੇਨ ਕੀਤਾ ਜਾਏਗਾ। ਥੈਂਕ ਯੂ ਸੋ ਮਚ।